ਪ੍ਰਾਈਮ ਏਸ਼ੀਆ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਏ ਹਾਂ। ਮੈਂ ਹਾਂ ਨਵਜੀਤ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ। ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਕੁਝ ਸਿੱਖਿਅਕ ਅਦਾਰੇ ਨੇ ਕਹਿੰਦੇ ਉੱਥੇ ਅਧਿਆਪਕਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਤੇ ਬੰਦ ਹੋਣ ਦੀ ਕਗਾਰ ਤੇ ਅਤੇ ਬੱਚਿਆਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ। ਕੀ ਕਹਿਣਾ ਇਸ ਮਾਮਲੇ ਤੇ? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 4 ਸਾਬਕਾ ਪ੍ਰਧਾਨਾਂ ਨੇ ਇੱਕ ਮੌਜੂਦਾ ਪ੍ਰਧਾਨ ਤੇ ਇੱਕ ਸਾਬਕਾ ਪ੍ਰਧਾਨ ਦੇ ਖਿਲਾਫ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਜੀ। ਸਭ ਤੋਂ ਮੁਸ਼ਕਲ ਗੱਲ ਤਾਂ ਇਹ ਹੈ ਕਿ ਬੰਬੇ ਦੀ ਸਟਾਕ ਐਕਸਚੇਂਜ ਦੇ ਸ਼ੇਅਰਾਂ ਦਾ ਭਾਅ ਵੱਧਦਾ ਚੜ੍ਹਦਾ ਸਮਝ ਆ ਜਾਂਦਾ। ਅਕਾਲੀ ਪੋਲੀਟਿਕਸ ਜਿਹੜੀ ਆ, ਅਕਾਲੀ ਰਾਜਨੀਤੀ ਅੰਮ੍ਰਿਤਸਰ ਦੀ ਹੋਵੇ, ਦਿੱਲੀ ਦੀ ਜਾਂ ਪਟਨਾ ਸਾਹਿਬ ਦੀ, ਇਹ ਕਦੇ ਕਿਸੇ ਦੇ ਖਾਨੇ 'ਚ ਨਹੀਂ ਪੈਂਦੀ। ਇੱਥੇ ਸ਼ੇਅਰ ਵੱਧਦੇ ਘਟਦੇ ਹੁੰਦੇ, ਇੱਧਰਲੇ ਸ਼ੇਅਰ ਉਸ ਕੰਪਨੀ ਨੂੰ ਚਲ ਜਾਂਦੇ, ਉੱਧਰਲੇ ਸ਼ੇਅਰ ਉਸ ਕੰਪਨੀ ਨੂੰ ਆ ਜਾਂਦੇ। ਕੋਈ ਸਮਝ ਨਹੀਂ। ਜਦੋਂ ਸਰਦਾਰ ਪਰਮਜੀਤ ਸਿੰਘ ਸਰਨਾ ਤੇ ਸਰਦਾਰ ਹਰਵਿੰਦਰ ਸਿੰਘ ਸਰਨਾ ਦੋਵੇਂ ਭਰਾ ਵਾਰੀ-ਵਾਰੀ ਪ੍ਰਧਾਨ ਬਣੇ, ਇਹਨਾਂ ਦੇ ਖਿਲਾਫ ਅਵਤਾਰ ਸਿੰਘ ਹਿੱਤ, ਮਨਜੀਤ ਸਿੰਘ ਜੀਕੇ, ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ ਨੂੰ ਤੇ ਉਦੋਂ ਜਾਣਦੇ ਕੋਈ ਨਹੀਂ ਸੀ। ਇਹਨਾਂ ਸਾਰਿਆਂ ਨੇ ਮੋਰਚਾ ਲਿਆ। ਅਵਤਾਰ ਸਿੰਘ ਹਿੱਤ ਇਹ ਸਰਦਾਰ ਸਾਹਿਬ ਪ੍ਰਧਾਨ ਬਣੇ, ਇਹਨਾਂ ਦੇ ਖਿਲਾਫ ਸਰਨਾ ਭਰਾਵਾਂ ਨੇ, ਬਾਕੀ ਸਾਰਿਆਂ ਨੇ ਮੋਰਚਾ ਲਿਆ। ਫਿਰ ਅਵਤਾਰ ਸਿੰਘ ਹਿੱਤ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦਿਆਂ, ਤੇ ਇਹ ਆਕੜ ਗਏ, ਮੈਂ ਨਹੀਂ ਮੰਨਦਾ। ਇੱਕ ਚਿੱਠੀ ਅਕਾਲ ਤਖਤ ਸਾਹਿਬ ਨੂੰ ਇਹਨਾਂ ਲਿਖ ਦਿੱਤੀ, ਜਿਹੜੀ ਬਾਕੀ ਅਖਬਾਰਾਂ ਨੇ ਨਹੀਂ ਛਾਪੀ, ਮੈਂ ਆਪਣੇ ਹੱਥੀਂ ਛਾਪੀ ਸੀ ਤੇ ਉਹ ਕਾਪੀ ਅਜੇ ਵੀ ਮੇਰੇ ਕੋਲ ਪਈ ਹੈ ਜੀ। ਬਾਅਦ ਵਿੱਚ ਬੰਦਿਆਂ ਸਮਝਾਇਆ ਜਾ ਕੇ ਉੱਥੇ ਮਾਫੀ ਮੰਗ ਲਈ। ਫਿਰ ਸਰਨਾ ਭਰਾਵਾਂ ਦਾ ਵੇਲਾ ਵੀ ਗਿਆ, ਇਹਦਾ ਵੀ ਗਿਆ। ਸਰਦਾਰ ਮਨਜੀਤ ਸਿੰਘ ਜੀਕੇ ਪ੍ਰਧਾਨ ਬਣ ਗਿਆ। ਮਨਜਿੰਦਰ ਸਿੰਘ ਸਿਰਸਾ ਉਹਦੇ ਨਾਲ ਜਨਰਲ ਸੈਕਟਰੀ ਸੀ, ਦੋਵਾਂ ਦੀ ਆਪੋ 'ਚ ਨਹੀਂ ਬਣੀ। ਮਨਜੀਤ ਸਿੰਘ ਜੀਕੇ ਨਿਕਲ ਗਿਆ, ਮਨਜਿੰਦਰ ਸਿੰਘ ਸਿਰਸਾ ਆ ਗਏ। ਸਰਦਾਰ ਮਨਜਿੰਦਰ ਸਿੰਘ ਨੂੰ ਪਤਾ ਨਹੀਂ ਕੀ ਮੁਸ਼ਕਿਲ ਆਈ, ਪ੍ਰਧਾਨਗੀ ਛੱਡੀ, ਅਸਤੀਫਾ ਦਿੱਤਾ। 1 ਘੰਟੇ ਬਾਅਦ ਭਾਜਪਾ 'ਚ ਚਲੇ ਗਏ। ਉਹਨਾਂ ਦੀ ਥਾਂ ਤੇ ਫਿਰ ਪ੍ਰਧਾਨ ਬਣਾ ਦਿੱਤਾ ਗਿਆ ਹਰਮੀਤ ਸਿੰਘ ਕਾਲਕਾ ਨੂੰ। ਜਿਸ ਦਿਨ ਸਰਦਾਰ ਹਰਮੀਤ ਸਿੰਘ ਨੂੰ ਪ੍ਰਧਾਨ ਬਣਾਉਣਾ ਸੀ, ਉਸ ਦਿਨ ਇੱਕ ਕਮਰੇ 'ਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਬੰਦੇ ਬੈਠੇ ਤੇ ਮੀਟਿੰਗ ਹਾਲ ਉਹਨਾਂ ਮੱਲਿਆ ਸੀ, ਤੇ ਸਰਦਾਰ ਹਰਮੀਤ ਸਿੰਘ ਕਾਲਕਾ ਦੂਜੇ ਕਮਰੇ 'ਚ ਜਾ ਕੇ ਮੀਟਿੰਗ ਕਰਨ ਲੱਗ ਪਏ। ਇੱਦਾਂ ਲੱਗੇ ਕਿ ਇਹਨਾਂ ਦੀ ਲੜਾਈ ਹੈ, ਤੇ ਇਸ ਲੜਾਈ 'ਚ ਦੋਵੇਂ ਸਰਨਾ ਭਰਾ ਵੀ, ਮਨਜੀਤ ਸਿੰਘ ਜੀਕੇ ਵੀ, ਹਰਮੀਤ ਸਿੰਘ ਕਾਲਕਾ ਨਾਲ ਆ ਗਏ। ਮਨਜਿੰਦਰ ਸਿੰਘ ਸਿਰਸੇ ਦਾ ਵਿਰੋਧ ਹੈ ਜੀ। 1 ਹਫ਼ਤੇ ਬਾਅਦ ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਫਿਰ ਦੋਵੇਂ ਇਕੱਠੇ ਹੋ ਗਏ ਤੇ ਉਹ ਪਾਸੇ ਰਹਿ ਗਏ। ਪਤਾ ਨਹੀਂ ਅੱਜ ਕਿਹਦੇ ਨਾਲ, ਕਿਹਦੇ ਹਰ ਵਾਰੀ ਪੁੱਛਣਾ ਪੈਂਦਾ ਵੀ ਅੱਜ ਕੱਲ੍ਹ ਤੁਸੀਂ ਕਿਹਦੇ ਨਾਲ ਹੋ। ਹੁਣ ਜਿਹੜੀ ਸਥਿਤੀ ਆ ਉੱਥੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ 4 ਸਾਬਕਾ ਪ੍ਰਧਾਨ ਇਕੱਠੇ ਇੱਕ ਬੋਲੀ 'ਚ ਦੱਸਦੇ ਆ ਕਿ ਇਹਦੇ ਕੋਲ 120 ਕਰੋੜ ਰੁਪਏ ਰਿਜ਼ਰਵ ਵਿੱਚ ਪਏ ਹੁੰਦੇ ਸੀ। ਬਾਅਦ 'ਚੋਂ ਕਿੱਥੇ ਗਿਆ ਕਿਸੇ ਨੂੰ ਪਤਾ ਨਹੀਂ ਲੱਗਦਾ। ਹੁਣ ਕਮੇਟੀ ਦਿਵਾਲੀਆ ਹੋਈ ਪਈ, ਕਹਿੰਦੇ ਜੀ ਕੋਵਿਡ ਦੇ ਵਿੱਚ ਬਹੁਤ ਖਰਚਾ ਹੋ ਗਿਆ। ਕਿੰਨਾ ਕੁ ਹੋ ਗਿਆ ਕੋਈ ਪਤਾ ਨਹੀਂ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਸਕੂਲ ਤੇ ਕਾਲਜ ਤੇ ਵਿਦਿਅਕ ਅਦਾਰੇ ਚਲਾ ਰਹੀ ਹੈ, ਉਹਨਾਂ ਦੇ ਮੁਲਾਜ਼ਮਾਂ ਨੂੰ, ਟੀਚਰਾਂ ਨੂੰ ਤੇ ਹੋਰ ਕਰਮਚਾਰੀਆਂ ਨੂੰ ਵੇਲੇ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ ਤੇ ਬੜੇ ਚਿਰ ਦੀਆਂ ਨਹੀਂ ਮਿਲ ਰਹੀਆਂ। ਸ਼ਾਇਦ 40 ਜਾਂ 41 ਪਟੀਸ਼ਨਾਂ ਅਦਾਲਤ ਵਿੱਚ ਜਿਨ੍ਹਾਂ ਨੇ ਕੇਸ ਦਿੱਤੇ, ਉਹਨਾਂ ਨੇ ਜਾ ਕੇ ਮਾਣਨ ਦੀਆਂ ਪਟੀਸ਼ਨਾਂ ਕਰਤੀਆਂ ਨੇ। ਔਰ ਪਿਛਲੇ ਦਿਨੀ ਅਦਾਲਤ ਨੇ ਇਹ ਵੀ ਕਹਿ ਦਿੱਤਾ ਕਿ ਮਾਮਲਾ ਤੁਹਾਡੇ ਤੋਂ ਨਿਬੇੜਿਆ ਜਾਂਦਾ, ਨਿਬੇੜ ਦਿਓ। ਜੇ ਤੁਹਾਡੇ ਤੋਂ ਨਿਬੇੜਿਆ ਨਾ ਗਿਆ ਤੇ ਇੰਨੀ ਕੈਦ ਹੋਣੀ ਤੁਹਾਨੂੰ। ਇਹ ਮਸਲਾ ਇਕੱਲਾ ਦਿੱਲੀ ਦਾ ਨਹੀਂ, ਅੱਡ-ਅੱਡ ਥਾਵਾਂ 'ਤੇ ਧਾਰਮਿਕ ਅਦਾਰੇ ਸਾਡੇ ਪੰਜਾਬ ਵਿੱਚ ਵੀ ਹੈਗਾ। ਧਾਰਮਿਕ ਅਦਾਰੇ ਜਿਹੜੇ ਵਿਦਿਅਕ ਅਦਾਰੇ ਚਲਾਉਂਦੇ ਨਾਲ, ਧਾਰਮਿਕ ਸੰਸਥਾਵਾਂ ਜਿਹੜੀਆਂ ਨੇ ਵਿਦਿਅਕ ਅਦਾਰੇ ਚਲਾਉਂਦੀਆਂ, ਜਾ ਕੇ ਉਹਨਾਂ ਦੇ ਵਿੱਚ ਵੜ ਕੇ ਪੁੱਛੋ, ਤੁਹਾਨੂੰ ਪ੍ਰੋਫੈਸਰ, ਸਹਾਇਕ ਪ੍ਰੋਫੈਸਰ, ਟੀਚਰ ਤੇ ਨਾਨ ਟੀਚਿੰਗ ਸਟਾਫ ਸਾਰੇ ਦੱਸ ਦੇਣਗੇ ਕਿ ਤਨਖਾਹ ਦਿੱਤੀ ਘੱਟ ਜਾਂਦੀ ਆ, ਦਸਤਖਤ ਵੱਧ ਕਰਾਏ ਜਾਂਦੇ ਆ, ਵੇਲੇ ਸਿਰ ਮਿਲਦੀ ਨਹੀਂ। ਇਹ ਸਭ ਕੁਝ ਚੱਲਣ ਡਿਆ ਜੀ। ਹੁਣ ਸਾਨੂੰ ਇਹ ਨਹੀਂ ਸਮਝ ਲੱਗਦੀ ਕਿ ਇੱਕ ਪਾਸੇ ਉੱਤੇ ਅਸੀਂ ਇਹਨਾਂ ਸਾਧਾ ਸੰਤਾਂ ਤੋਂ ਖਿੱਚਦੇ ਹਾਂ ਕਿ ਲੋਕਾਂ ਨੂੰ ਕਹਿੰਦੇ ਮਾਇਆ ਦਾ ਮੋਹ ਨਾ ਕਰੋ,
ਤੇ ਆਪ ਲਈ ਜਾਂਦੇ ਆ। ਸ਼ਾਇਦ ਇਹ ਲੋਕਾਂ ਨੂੰ ਕਹਿੰਦੇ ਵੀ ਤੁਸੀਂ ਮਾਇਆ ਦਾ ਮੋਹ ਨਾ ਕਰੋ, ਸਾਡੇ ਲਈ ਛੱਡ ਦਿਓ। ਦੂਸਰੇ ਪਾਸੇ ਇਹਨਾਂ ਸੰਤਾਂ ਚੋਂ ਬਹੁਤ ਸਾਰਿਆਂ ਨੇ ਵਿਦਿਅਕ ਅਦਾਰੇ ਖੋਲ੍ਹੇ ਆ ਤੇ ਉਹਨਾਂ ਵਿਦਿਅਕ ਅਦਾਰਿਆਂ ਦੇ ਵਿੱਚ ਮੁਲਾਜ਼ਮਾਂ ਦੀ ਲੁੱਟ ਕੀਤੀ ਜਾ ਰਹੀ ਹੈ ਤੇ ਨਾਲ ਲੋਕਾਂ ਨੂੰ ਆਖਿਆ ਜਾ ਰਿਹਾ ਕਿ ਜ਼ਿੰਦਗੀ 'ਚ ਨੇਕ ਕੰਮ ਕਰਨੇ ਆ। ਇਹ ਕਿੱਦਾਂ ਦੇ ਨੇਕ ਕੰਮ ਆ ਜਿਹੜੇ ਲੋਕਾਂ ਦਾ ਹੱਕ ਮਾਰ ਕੇ ਤੁਸੀਂ ਕਰਾਓਗੇ? ਇਸ ਵੇਲੇ ਮਸਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਸਿੱਖਾਂ ਦੀ ਸਭ ਤੋਂ ਵੱਡੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਦੂਜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਜੇ ਉਸ ਕਮੇਟੀ ਦੇ ਮਸਲੇ ਦੇ ਉੱਤੇ ਰੌਲਾ ਪੈਂਦਾ, ਕੱਲ੍ਹ ਨੂੰ ਅਦਾਲਤ ਜੋ ਕੋਈ ਇਹੋ ਜਿਹਾ ਫੈਸਲਾ ਕਰੇਗੀ, ਉਸ ਫੈਸਲੇ ਦੇ ਵਿੱਚ ਕੱਲ੍ਹ ਨੂੰ ਜੇ ਕਿਸੇ 2, 3, 4, 5 ਉਹਦੇ ਤਰ੍ਹਾਂ ਦੇ ਖਿਲਾਫ ਕੋਈ ਗੱਲ ਹੋਗੀ, ਇਹ ਕਿਹਦੀ ਬੇਇੱਜ਼ਤੀ ਹੋਏਗੀ? ਇਸ ਕਰਕੇ ਇਸ ਗੱਲ ਨੂੰ ਵਧਣ ਤੋਂ ਪਹਿਲਾਂ ਚਾਹੀਦਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਕਿਸੇ ਢੰਗ ਨਾਲ ਨਿਬੇੜ ਦੇਵੇ। ਜੇ ਅਜੇ ਵੀ ਨਿਬੇੜਿਆ ਨਹੀਂ ਜਾਂਦਾ ਤੇ ਕਮੇਟੀ ਤੇ ਕਹਿੰਦੇ ਦਿਵਾਲੀਆ ਹੋਈ ਪਈ ਆ, ਫਿਰ ਸਥਿਤੀ ਇਹਦੇ ਵਾਸਤੇ ਹੋਰ ਔਖੀ ਹੋਵੇਗੀ। ਉਹ ਤੋਂ ਬਚਣਾ ਚਾਹੀਦਾ ਜੀ। ਪੰਜ ਸਾਹਿਬ ਅੱਗੇ ਵਧਦੇ ਆ। ਅਜਮੇਰ ਸ਼ਰੀਫ ਦਰਗਾਹ ਦੇ ਉੱਪਰ ਦਾਅਵਾ ਕੀਤਾ ਗਿਆ ਕਿ ਇੱਥੇ ਵੀ ਮੰਦਿਰ ਆ। ਪੰਜ ਸਾਹਿਬ ਕਰਨਾਟਕ ਤੋਂ ਹਜਾਬ ਦਾ ਮਾਮਲਾ ਸ਼ੁਰੂ ਹੋਇਆ ਸੀ, ਫਿਰਕਾ ਪ੍ਰਸਤੀ ਦੀ ਅੱਗ ਹੁੰਦੀ ਭਾਰਤ ਦੇ ਕਈ ਸੂਬਿਆਂ ਤੱਕ ਪਹੁੰਚੀ। ਹੁਣ ਆ ਮੰਦਿਰ ਗੁਰਦੁਆਰਿਆਂ ਨੂੰ ਲੈ ਕੇ ਜੋ ਕੁਝ ਚੱਲ ਰਿਹਾ, ਇਹਨੂੰ ਕਿਵੇਂ ਦੇਖਦੇ ਆ? ਕਰਨਾਟਕ ਤੇ ਅਜੇ ਕੱਲ੍ਹ ਦੀਆਂ ਗੱਲਾਂ। ਜੀ। ਮਸਲਾ ਤਾਂ ਸ਼ੁਰੂ ਹੋ ਗਿਆ ਸੀ ਉਦੋਂ ਜਦੋਂ ਰਾਜੀਵ ਗਾਂਧੀ ਨੇ ਜਾ ਕੇ ਬਾਬਰੀ ਮਸਜਿਦ ਵਾਲੇ ਉਸ ਕੰਪਲੈਕਸ ਦਾ ਤਾਲਾ ਖੁਲਾਇਆ ਜਿੱਥੇ 1947 ਤੋਂ ਲੱਗਾ ਸੀ। ਜੀ। ਇਹਨੇ ਵੋਟਾਂ ਦੀ ਝਾਕ 'ਚ ਤਾਲਾ ਖੁਲਾਤਾ, ਸਾਰੇ ਦੇਸ਼ 'ਚ ਹੁੰਜਾ ਮਾਰ ਗਿਆ ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ, ਖਾਸ ਕਰਕੇ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਨੇ ਆਖਿਆ ਕਿ ਹਿੰਦੂਆਂ ਦੇ ਲੀਡਰ ਤੇ ਅਸੀਂ ਸਾਂ, ਇਹ ਕਿੱਥੋਂ ਆਣ ਕੇ ਵੱਡਾ ਲੀਡਰ ਬਣ ਗਿਆ। ਉਹਨਾਂ ਨੇ ਮਸਲਾ ਦੂਜਾ ਚੁੱਕਤਾ ਕਿ ਬਾਬਰੀ ਮਸਜਿਦ ਢਾਉਣੀ ਆ ਤੇ ਇੱਥੇ ਅਸੀਂ ਰਾਮ ਮੰਦਿਰ ਬਣਾਉਣਾ। ਜੀ। ਪਹਿਲੀ ਵਾਰੀ ਗਏ, ਨੇੜੇ ਜਾ ਕੇ ਫੜੇ ਗਏ। ਦੂਜੀ ਵਾਰੀ ਗਏ, ਮਸਜਿਦ ਨੂੰ ਟੱਕ ਲਾਤਾ। ਤੀਜੀ ਵਾਰੀ ਗਏ 6 ਦਸੰਬਰ 1992 ਨੂੰ ਤੇ ਮਸਜਿਦ ਢਾਹਤੀ। ਉੱਥੋਂ ਗੱਲ ਤੁਰੀ, ਚਲੋ ਉਹ ਤਾਂ ਕਾਨੂੰਨੀ ਕੇਸ ਵੀ ਨਾ ਜਿੱਤ ਲਿਆ ਤੇ ਹੁਣ ਉੱਥੇ ਭਗਵਾਨ ਰਾਮ ਦਾ ਮੰਦਿਰ ਬਣ ਰਿਹਾ, ਚੰਗੀ ਗੱਲ ਹੈ, ਬਣਾ ਲਓ। ਵਿਰੋਧ ਕਰਨ ਵਾਲੇ ਤਾਂ ਚੁੱਪ ਹੋ ਚੁੱਕੇ ਨੇ। ਫਿਰ ਮਥੁਰਾ ਦੇ ਵਿੱਚ ਭਗਵਾਨ ਕ੍ਰਿਸ਼ਨ ਦਾ ਮੰਦਿਰ ਤੇ ਸ਼ਾਹੀ ਈਦਗਾਹ ਮਸਜਿਦ। ਉਹਦੇ ਬਾਅਦ ਵਾਰਾਣਸੀ ਦੇ ਵਿੱਚ ਗਿਆਨਵਾਪੀ ਮਸਜਿਦ, ਕਹਿੰਦੇ ਇੱਥੇ ਭਗਵਾਨ ਸ਼ਿਵ ਦਾ ਮੰਦਿਰ ਬਣਾਉਣਾ। ਜੀ। ਤਾਜ ਮਹਿਲ ਦਾ ਰੇੜਕਾ ਕਹਿੰਦੇ ਤੇਜੋ ਮਹਿਲਾ। ਕੁਤਬ ਮੀਨਾਰ ਨੂੰ ਕਹਿੰਦੇ ਆ ਕੁਤਬਦੀਨ ਐਬਕ ਦਾ ਕੋਈ ਮਤਲਬ ਨਹੀਂ, ਇਹ ਤਾਂ ਰਾਣਾ ਵਿਕਰਮਾਦਿੱਤਿਆ ਨੇ ਬਣਾਇਆ ਸੀਗਾ। ਸਮਰਾਟ ਵਿਕਰਮਾਦਿੱਤਿਆ ਨੇ ਸੂਰਜ ਚੰਦ ਤਾਰੇ ਵੇਖਣ ਵਾਸਤੇ। ਜੀ। ਹੁਣ ਇੱਕ ਨਵੀਂ ਗੱਲ ਕੱਲ੍ਹ ਉੱਠ ਪਈ ਹੈ, ਇੱਕ ਮਹਾਰਾਣਾ ਪ੍ਰਤਾਪ ਸੈਨਾ ਉੱਠ ਪਈ ਹੈ। ਤੇ ਸੈਨਾ ਬੜੀਆਂ ਉੱਠਦੀਆਂ, ਅਸਲ 'ਚ ਉੱਠਦੀਆਂ ਨਹੀਂ, ਇਹਨਾਂ ਨੂੰ ਕੋਈ ਨਾ ਕੋਈ ਉਠਾਉਂਦਾ ਰਾਜਨੀਤੀ ਵਾਸਤੇ। ਅਗਲੇ ਸਾਲ ਚੋਣਾਂ ਆ ਰਹੀਆਂ ਨੇ ਰਾਜਸਥਾਨ 'ਚ, ਉਹਦੇ ਤੋਂ ਪਹਿਲਾਂ ਉੱਥੇ ਸੈਨਾ ਉੱਠ ਪਈ ਹੈ ਜਿਹਨੇ ਕਹਿ ਦਿੱਤਾ ਕਿ ਅਜਮੇਰ ਸ਼ਰੀਫ ਦੀ ਦਰਗਾਹ ਜਿਹੜੀ ਹੈ ਇਹ ਵੀ ਕੋਈ ਮੁਸਲਮਾਨੀ ਸਥਾਨ ਨਹੀਂ ਗਾ, ਇਹ ਹਿੰਦੂ ਧਰਮ ਸਥਾਨ ਹੈ। ਵੀ ਤੁਸੀਂ ਇੱਕ ਵਾਰੀ ਦੱਸ ਦਿਓ ਕਿ ਤੁਸੀਂ ਕਿੱਥੋਂ ਤੱਕ ਜਾ ਕੇ ਨਿਸ਼ਾਨਦੇਹੀ ਕਰਨੀ ਆ। ਸਾਰਾ ਤੇ ਲੈਂਦੇ ਆ PN ਓਕ, ਤਾਂ ਆ ਵੀ ਗੱਲ PN ਓਕ ਨੇ ਲਿਖੀ, ਆ ਵੀ ਗੱਲ PN ਓਕ ਨੇ ਲਿਖੀ, ਤੇ ਫਿਰ ਇੱਥੇ ਨੇੜੇ ਕਬੱਡੀ ਕਾਹਨੂੰ ਪਾਉਂਦੇ ਆ? ਇੱਕੇ ਵਾਰੀ ਗਾਂਹ ਤੱਕ ਜਾ ਕੇ ਪਾਓ। ਉਹਨੇ ਤੇ ਆਖਿਆ ਸੀ ਕਿ ਇਟਲੀ ਦੀ ਰਾਜਧਾਨੀ ਰੋਮ ਦੇ ਵਿੱਚ ਜਿਹੜਾ ਵੈਟੀਕਨ ਹੈ ਈਸਾਈਆਂ ਦਾ, ਇਹ ਵੀ ਵੈਟੀਕਨ ਨਹੀਂ ਹੈ, ਸਾਡੇ ਹਿੰਦੂ ਸੰਤਾਂ ਦੀ ਵਾਟਕਾ ਸੀ। ਫਿਰ ਉੱਥੇ ਹੀ ਸਿੱਧਾ ਤੁਰ ਪੋਖਾ, ਰਾਹ 'ਚ ਬ੍ਰੇਕਾਂ ਲਾ ਕੇ ਕਾਹਨੂੰ ਜਾਂਦੇ ਪਏ? ਇੱਕ ਵਾਰੀ ਚੱਲ ਜਾਓ। ਇੰਨੀਆਂ ਸੈਨਾ ਤੁਹਾਡੇ ਕੋਲ ਨੇ, ਅਸੀਂ ਤਾਂ ਹੁਣ ਤੱਕ ਮਿਲਟਰੀ ਨੂੰ ਹੀ ਸੈਨਾ ਸਮਝਦੇ ਰਹੇ, ਇਹ ਤਾਂ ਬਾਅਦ 'ਚ ਪਤਾ ਲੱਗਾ ਵੀ ਆਹ ਵੀ ਸੈਨਾ ਹੁੰਦੀਆਂ। ਇਹ ਜਿਹੜੀਆਂ ਸੈਨਾ ਉੱਠਦੀਆਂ ਨੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ, ਇਹ ਆਪ ਮੁਹਾਰੇ ਨਹੀਂ ਉੱਠਦੀਆਂ ਜੀ। ਇਹਨਾਂ ਦੇ ਪਿੱਛੇ ਕੋਈ ਨਾ ਕੋਈ ਹੁੰਦਾ ਜਿਹੜਾ ਕਿਸੇ ਤਰੀਕੇ ਪਹਿਲਾਂ ਬੀਜ ਥੋੜ੍ਹੇ ਖਿਲਾਰਦਾ, ਛੱਟਾ ਦਿੰਦਾ, ਫਿਰ ਉਹਨੂੰ ਖਰਚਾ ਦਿੰਦਾ। ਆ ਹੁਣ ਜਿਹੜਾ ਮਸਲਾ ਇਹਨਾਂ ਨੇ ਖੜਾ ਕਰ ਦਿੱਤਾ, ਉੱਥੋਂ ਦੇ ਮੁੱਖ ਮੰਤਰੀ ਨੇ ਆਖਿਆ ਜੀ ਅਸੀਂ ਇਹੋ ਜਿਹੀ ਕੋਈ ਗੱਲ ਨਹੀਂ ਹੋਣ ਦਿਆਂਗੇ। ਰਾਜਸੀ ਪਾਰਟੀਆਂ ਵੀ ਕਹਿਣਗੇ ਨਹੀਂ ਹੋਣ ਦਿਆਂਗੇ, ਪਰ ਅੰਦਰੇ ਅੰਦਰ ਹਰ ਪਾਰਟੀ ਇਸ ਮਸਲੇ ਨੂੰ ਲੋੜ ਜੋਗਾ ਭੜਕਾ ਕੇ ਉਸ ਲੋੜ ਨੂੰ ਕੱਢਣ ਦੀ ਕੋਸ਼ਿਸ਼ ਕਰੂਗੀ। ਉਹ ਇਹ ਸਮਝਦੇ ਨਹੀਂ ਕਿ ਅੱਗ ਤਾਂ ਅੱਗ ਹੁੰਦੀ ਹੈ, ਇਹ ਕਦੇ ਲੋੜ ਜੋਗੀਆਂ ਹੱਦਾਂ ਨਹੀਂ ਪਛਾਣਦੇ। ਜੇ ਤੁਸੀਂ ਜੰਗਲ 'ਚ ਇੱਕ ਥਾਂ ਦੇ ਉੱਤੇ ਚਿੰਗਾੜੀ ਸੁੱਟ ਦਿੰਦੇ ਆ ਤੇ ਉਹ ਚਿੰਗਾੜੀ ਮੁੜ ਕੇ ਤੁਹਾਡੇ ਆਖਿਆ ਤੁਹਾਡੀ ਲਕੀਰ ਦੇ ਅੰਦਰ ਨਹੀਂ ਰਹਿਣੀ, ਉਹਨੇ ਹੱਦਾਂ ਟੱਪ ਕੇ ਅੱਗੇ ਵੀ ਜਾਣਾ
ਤੇ ਫਿਰ ਜੇ ਤੁਰ ਪਵੇ ਤੇ ਮੁੜ ਕੇ ਉਹ ਸੰਭਾਲੀ ਨਹੀਂ ਜਾਂਦੀ ਹੁੰਦੀ। ਇਹ ਦੇਸ਼ ਦੁਨੀਆ ਸਾਰੀ ਮੰਨਦੀ ਹੈ ਕਿ ਅਨੇਕਤਾ ਵਿੱਚ ਏਕਤਾ ਤੇ ਏਕਤਾ ਵਿੱਚ ਅਨੇਕਤਾ ਦਾ ਸ਼ਾਨਦਾਰ ਨਮੂਨਾ, ਜੀ ਸਭ ਤੋਂ ਵਧੀਆ ਗੁਲਦਸਤਾ। ਇਹ ਦੇਸ਼ ਉਹ ਆ ਜਿਹਦੇ ਇੱਕ ਪਾਸੇ ਸਭ ਤੋਂ ਉੱਚਾ ਪਹਾੜ ਹਿਮਾਲਿਆ ਖੜਾ, ਦੂਜੇ ਪਾਸੇ ਡੂੰਘੇ ਸਮੁੰਦਰ ਨੇ। ਇਹ ਦੇਸ਼ ਉਹ ਆ ਜਿੱਥੇ ਇੱਕ ਪਾਸੇ ਹਰੇ ਭਰੇ ਜੰਗਲ ਵੀ ਨੇ, ਬਾਗ ਵੀ ਨੇ, ਖੇਤੀ ਹੈ, ਦੂਜੇ ਪਾਸੇ ਰਾਜਸਥਾਨ ਰੇਤਲੇ ਮਾਰੂਥਲ ਨੇ, ਤੇ ਥੋੜ੍ਹਾ ਪਰੇ ਚਲ ਜਾਓ ਤੇ ਦਲਦਲ ਹੈ ਕਸ਼ਤੀ। ਇਹ ਦੇਸ਼ ਉਹ ਆ ਜਿਹਦੇ ਵਿੱਚ ਇੱਕ ਪਾਸੇ ਹੜ੍ਹ ਆਏ ਹੋਣ ਤੇ ਦੂਸਰੇ ਪਾਸੇ ਸੋਕਾ ਪਿਆ ਹੁੰਦਾ। ਇਹ ਦੇਸ਼ ਕੁਦਰਤੀ ਪੱਖ ਤੋਂ ਵੈਰਾਇਟੀ ਵਾਲਾ ਨਹੀਂ। ਦੁਨੀਆ ਭਰ ਦੀਆਂ ਸਾਰੀਆਂ ਨਸਲਾਂ ਦੇ ਲੋਕ ਇਸ ਦੇਸ਼ ਵਿੱਚ ਰਹਿੰਦੇ ਨੇ, ਦੁਨੀਆ ਭਰ ਦੇ ਸਾਰੇ ਧਰਮਾਂ ਦੇ ਲੋਕ ਇਸ ਦੇਸ਼ ਵਿੱਚ ਰਹਿੰਦੇ ਨੇ। ਜਦੋਂ ਸਦੀਆਂ ਤੋਂ ਲੈ ਕੇ ਇਕੱਠੇ ਰਹਿੰਦੇ ਆਏ ਆ, ਬਾਦਸ਼ਾਹਾਂ ਦੇ ਵਕਤ ਤੇ ਸਮਰਾਟ ਜਿਹੜੇ ਹੁੰਦੇ ਸੀ ਉਹਨਾਂ ਦੇ ਵਕਤ ਵੀ ਫੌਜਾਂ ਨਾਲ ਲੜਦੀਆਂ ਸਨ, ਕਦੇ ਲੋਕਾਂ ਦੇ ਗੱਲ ਨਹੀਂ ਸੀ ਪਾਏ। ਸ਼ਾਹ ਮੁਹੰਮਦ ਵਰਗਾ ਬੰਦਾ ਕਹਿੰਦਾ, ਲੇਖਕ ਕਹਿੰਦਾ, ਸੁਖੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰ ਦੋਵਾਂ ਦੇ ਨਵੀਂ ਵਫਾਤ ਆਈ, ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਆਈ। ਇਹ ਗੱਲ ਪੰਜਾਬ ਦੀ ਨਹੀਂ, ਭਾਰਤ ਵਿੱਚ ਵੀ ਉਹ ਆ। ਜੋ ਕੁਝ ਹੁੰਦਾ ਪਿਆ ਇਹ ਕੱਲ੍ਹ ਨੂੰ ਭਾਰਤ ਦਾ ਨੁਕਸਾਨ ਕਰੂਗਾ। ਇਹ ਬੜਾ ਸ਼ਾਨਦਾਰ ਗੁਲਦਸਤਾ ਜਿਹੜਾ ਕੁਦਰਤ ਨੇ ਸੌਂਪਿਆ, ਭਾਰਤੀ ਲੋਕਾਂ ਨੂੰ ਇਹਦੀ ਰਾਖੀ ਕਰਨੀ ਚਾਹੀਦੀ ਆ। ਜੋ ਕੁਝ ਹੁੰਦਾ ਪਿਆ ਜਿਹੜਾ ਬਦਨਾਮੀ ਸ਼ੁਰੂ ਹੋ ਚੁੱਕੀ, ਉਹ ਬਦਨਾਮੀ ਜੇ ਚੱਲਦੀ ਗਈ ਤੇ ਮੋਦੀ ਸਾਹਿਬ ਤੇ ਕਹਿੰਦੇ ਸੀ ਨਾ, ਹੁਣ ਤੱਕ ਇਹਨੂੰ ਸਪੇਰਿਆਂ ਦਾ ਦੇਸ਼ ਕਹਿੰਦੇ ਸੀ, ਹੁਣ ਮੈਂ ਕੰਪਿਊਟਰ ਦੇ ਮਾਊਸ ਦਾ ਦੇਸ਼ ਬਣਾਤਾ। ਕੰਪਿਊਟਰ ਦੇ ਮਾਊਸ ਦਾ ਦੇਸ਼ ਤੇ 40 ਸਾਲ ਪਹਿਲਾਂ ਬਣ ਗਿਆ ਸੀ, ਮੋਦੀ ਸਾਹਿਬ ਨੂੰ ਆਇਆ ਤਾਂ ਜੇ 8 ਸਾਲ ਹੋਏ ਆ। ਪਰ ਜੇ ਆਹ ਸਾਰਾ ਜਿਹੜਾ ਵਿਗਾੜ ਪੈਂਦਾ ਪਿਆ ਨਾ ਸੰਭਾਲਿਆ, ਫਿਰ ਪਤਾ ਨਹੀਂ ਅਸੀਂ ਸਪੇਰਿਆਂ ਵਾਲਾ ਦੇਸ਼ ਬਣਨ ਵਾਲੀ ਜਾਵਾਂਗੇ। ਅੱਗੇ ਨੂੰ ਪਰ ਕਦਮ ਨਹੀਂ ਪੁੱਟੇ ਜਾਣੇ ਜੀ। ਇਹ ਵਿਗਾੜ ਪੈਣ ਤੋਂ ਰੋਕਣਾ ਚਾਹੀਦਾ, ਪਰ ਰੋਕਣਾ ਜਿਨ੍ਹਾਂ ਨੇ ਉਹ ਜੇ ਰੋਕਣਾ ਚਾਹੁੰਦੇ ਨਹੀਂ ਜਾਪਦੇ। ਜੀ ਪਰ ਸਾਹਿਬ, ਪੰਜਾਬ ਦੀ ਸਿਆਸਤ ਦੀ ਗੱਲ ਕਰਨੀ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਕੱਲ੍ਹ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਮੇਰੇ ਕੋਲ ਕੁਝ ਫਾਈਲਾਂ ਪਈਆਂ ਜਿਹਦੇ ਵਿੱਚ ਸਾਬਕਾ ਵਿਧਾਇਕ, ਸਾਬਕਾ ਮੰਤਰੀ, ਉੱਚ ਅਫਸਰਾਂ ਦੇ ਨਾਮ ਹੈ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ ਹੈ। ਕੈਪਟਨ ਸਾਹਿਬ ਕਹਿੰਦੇ ਮੈਂ ਉਦੋਂ ਤੱਕ ਕੱਢਣੀਆਂ ਜਦੋਂ ਤੱਕ ਮੈਨੂੰ ਕੋਈ ਕਹਿੰਦਾ ਨਹੀਂ। ਕੱਲ੍ਹ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉਹ ਕਹਿੰਦੇ ਫਾਈਲਾਂ ਕੱਢਿਓ, ਅਸੀਂ ਠੋਕ ਵਜਾ ਕੇ ਕਾਰਵਾਈ ਕਰਾਂਗੇ। ਕਿਵੇਂ ਦੇਖਦੇ ਆ ਇਸ ਗੱਲ ਨੂੰ? ਮੇਰਾ ਖਿਆਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਡਰਾਵੇ ਦੇ ਰਿਹਾ, ਜੇ ਫਾਈਲਾਂ ਦੇਣ ਦਾ ਮੂਡ ਨਹੀਂ। 24 ਘੰਟੇ ਹੋ ਗਏ ਕੱਢੀਆਂ ਨਹੀਂ ਅਜੇ ਜੀ। ਉਹ 24 ਘੰਟੇ ਹੋਏ, 24 ਦਿਨ ਵੀ ਹੋ ਸਕਦੇ, 24 ਹਫ਼ਤੇ ਵੀ ਹੋ ਸਕਦੇ, 24 ਮਹੀਨੇ ਵੀ ਲੱਗ ਸਕਦੇ ਜੀ। ਇਹਨਾਂ ਦੇ ਮੱਥੇ ਨੂੰ ਗੁਰਬਾਣੀ ਦਾ ਗੁਟਕਾ ਸਾਹਿਬ ਲਾ ਕੇ ਆਖਿਆ ਸੀ 1 ਮਹੀਨੇ 'ਚ ਨਸ਼ੇ ਸਮਾਪਤ ਕਰ ਦੋ। ਬਿਲਕੁਲ ਕਰਤੇ। ਉਹ 24 ਘੰਟਿਆਂ ਨੂੰ ਛੱਡੋ ਤੁਸੀਂ। ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਤਾਂ ਦਿੱਤਾ ਕਿ ਮੇਰੇ ਕੋਲ ਫਾਈਲਾਂ ਹੈਗੀਆਂ ਨੇ, ਮੈਂ ਦੱਸ ਸਕਦਾ। ਜਦੋਂ ਅਮਰਿੰਦਰ ਸਿੰਘ ਫਾਈਲਾਂ ਦੇਵੇਗਾ ਉਹਦੇ ਨਾਲ ਬਹੁਤ ਸਾਰੇ ਸਵਾਲ ਖੜੇ ਹੋਣੇ ਆ। ਸਭ ਤੋਂ ਪਹਿਲਾ ਸਵਾਲ ਇਹ ਕਿ ਜੇ ਤੇਰੇ ਕੋਲ ਫਾਈਲਾਂ ਸੀ, ਤੂੰ ਕਾਰਵਾਈ ਕਿਉਂ ਨਾ ਕੀਤੀ? ਉਹ ਕਹੇਗਾ ਜੀ ਮੈਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਪੁੱਛਿਆ ਸੀ ਤੇ ਸੋਨੀਆ ਗਾਂਧੀ ਨੇ ਹੁੰਗਾਰਾ ਨਹੀਂ ਭਰਿਆ ਤੇ ਮੈਂ ਕਾਰਵਾਈ ਨਹੀਂ ਕੀਤੀ। ਪਰ ਜਿਹੜੇ ਦੇਸ਼ ਦੇ ਸੰਵਿਧਾਨ ਨੂੰ ਜਾਣਦੇ ਆ, ਜਿਹੜੀ ਕਾਨੂੰਨੀ ਸਥਿਤੀਆਂ ਜਾਣਦੇ ਆ, ਉਹ ਕਹਿਣਗੇ ਕਿ ਜਦੋਂ ਮੁੱਖ ਮੰਤਰੀ ਬਣਿਆ ਸੀ ਸਹੁੰ ਤੂੰ ਸੋਨੀਆ ਗਾਂਧੀ ਦੀ ਨਹੀਂ ਸੀ ਚੁੱਕੀ, ਸਹੁੰ ਦੇਸ਼ ਦੇ ਸੰਵਿਧਾਨ ਦੀ ਚੁੱਕੀ ਸੀ। ਔਰ ਸਹੁੰ ਚੁੱਕ ਕੇ ਆਖਿਆ ਸੀ ਮੈਂ ਬਿਨਾਂ ਪੱਖਪਾਤ ਤੋਂ ਆਪਣੇ ਫਰਜ਼ ਨਿਭਾਵਾਂਗਾ। ਫਿਰ ਇਹ ਲਿਹਾਜ਼ਦਾਰੀ ਕਿਉਂ ਹੋਈ? ਜਦੋਂ ਤੈਨੂੰ ਪਤਾ ਲੱਗ ਗਿਆ ਸੀ ਮੇਰੇ ਇੰਨੇ ਮੰਤਰੀ ਕਰਪਟ, ਮੇਰੇ ਇੰਨੇ ਵਿਧਾਇਕ ਕਰਪਟ, ਮੇਰੇ ਇੰਨੇ ਅਫਸਰ ਕਰਪਟ, ਤੇ ਉਹਨਾਂ ਸਾਰਿਆਂ ਦੇ ਖਿਲਾਫ ਫਿਰ ਕਾਰਵਾਈ ਕੀਤੀ ਕਿਉਂ ਨਾ? ਜੀ। ਫਿਰ ਇਹ ਵੀ ਆਵੇਗਾ ਸਵਾਲ। ਆਹ ਗੱਲ ਕਿਸੇ ਨਹੀਂ ਪੁੱਛਣੀ ਵੀ ਸਰਕਾਰੀ ਰਾਜ ਸੀ ਤੁਹਾਡੇ ਕੋਲ ਕਿੱਦਾਂ ਚਲੇ ਗਏ, ਮੁੱਖ ਮੰਤਰੀ ਕੋਲ ਚਲ ਜਾਂਦੇ, ਕੋਈ ਗੱਲ ਨਹੀਂ। ਸਵਾਲ ਇਹ ਉੱਠਣਾ ਕਿ ਉਹ ਅਫਸਰ ਕਿਹੜੇ ਆ ਜਿਨ੍ਹਾਂ ਦੇ ਕੋਲੇ ਫਾਈਲਾਂ ਸੀ, ਜਿਨ੍ਹਾਂ ਫਾਈਲਾਂ ਦੇ ਵਿੱਚੋਂ ਇਹ ਪੈਨ ਡਰਾਈਵ ਬਣਾ ਕੇ ਤੇ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚੀਆਂ ਨੇ। ਉਹਨਾਂ ਅਫਸਰਾਂ ਨੂੰ ਵੀ ਪਾਲਾ ਮਾਰਦਾ ਹੋਊਗਾ ਤੇ ਜਾ ਕੇ ਕਹਿੰਦੇ ਹੋਣੇ ਕੈਪਟਨ ਸਾਹਿਬ ਰੱਬ ਦਾ ਵਾਸਤਾ ਸਿਆਸੀ ਪੱਖ ਤੋਂ ਤੁਸੀਂ ਟਾਰਾਂ ਜਿਹੜੀਆਂ ਮਾਰਨੀਆਂ, ਨਾਰੇ ਮਾਰਨੇ ਮਾਰੀ ਚਲੋ, ਪਰ ਇਹ ਤੁਸੀਂ ਇਹਨੂੰ ਕਿਤੇ ਵਰਤਿਓ ਨਾ। ਜੇ ਤੁਸੀਂ ਵਰਤਿਆ ਤੇ ਗੱਲ ਸਾਡੇ ਤੇ ਵੀ ਆਉਣੀ ਆ ਕਿ ਫਾਈਲਾਂ ਤੁਹਾਡੇ ਕੋਲ ਸੀ, ਇਹ ਸੀਕ੍ਰੇਟ ਫਾਈਲਾਂ ਦੇ ਭੇਦ ਬਾਹਰ ਗਏ ਤੇ ਕਿੱਦਾਂ ਗਏ, ਕੱਲ ਨੂੰ ਇਹ ਵੀ ਮਸਲਾ ਉੱਠ ਸਕਦਾ। ਬਿਲਕੁਲ। ਇਹਦੇ ਨਾਲ ਹੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਪਤਾ ਕਿ ਫਾਈਲਾਂ ਖੁੱਲੀਆਂ ਤੇ ਕਿੱਥੋਂ ਤੱਕ ਗੱਲ ਜਾਣੀ ਹੈ, ਇਹਦੇ ਵਿੱਚ ਇਕੱਲੇ
ਕੈਪਟਨ ਦੇ ਸਾਬਕਾ ਸਾਥੀ ਤੇ ਅੱਜ ਦੇ ਕਾਂਗਰਸੀ ਨਹੀਂ ਫਸਣੇ, ਹੋ ਸਕਦਾ ਦੂਜੀਆਂ ਪਾਰਟੀਆਂ 'ਚ ਫਸ ਜਾਣ। ਕੁਝ ਬੰਦੇ ਉਹ ਵੀ ਫਸ ਜਾਣੇ ਆ ਜਿਹੜੇ ਕੈਪਟਨ ਸਾਹਿਬ ਦੇ ਨਾਲ ਤੁਰੇ ਫਿਰਦੇ ਆ, ਜਿਹੜੇ ਫਸੇ ਹੋਣਗੇ। ਇੱਕ ਤਾਂ ਹੋ ਸਕਦਾ ਕਿ ਚੁੱਪ ਕਰਕੇ ਉਹ ਮਾਰ ਖਾ ਲੈਣ ਤੇ ਕਿਸੇ ਦਾ ਨਾਂ ਨਾ ਲੈਣਗੇ, ਉਹ ਚੀਕਾਂ ਮਾਰ ਮਾਰ ਕੇ ਕਹਿਣਗੇ ਫਲਾਣਾ ਵੀ ਸੀ, ਇੰਨਾ ਸੀ, ਇੰਨਾ ਸੀ। ਉਹ ਜਦੋਂ ਉਹ ਚੀਕਾਂ ਮਾਰ ਮਾਰ ਕੇ ਕਹਿਣਗੇ ਕਿ ਫਲਾਣਾ ਫਲਾਣਾ ਵੀ ਸਾਡੇ ਨਾਲ ਸੀ, ਹਿੱਸਾ ਪੱਤੀਆਂ ਅਸੀਂ ਵੀ ਲਈਆਂ, ਉਹਨਾਂ ਵੀ ਲਈਆਂ। ਓਮ ਪ੍ਰਕਾਸ਼ ਚੌਟਾਲਾ ਦੋਹਰੀ ਵਾਰੀ ਉਹਨੂੰ ਸਜ਼ਾ ਹੋ ਗਈ ਹੈ ਜੀ। ਜਿਹੜੇ ਪਹਿਲੇ ਕੇਸ ਵਿੱਚ JBT ਸਜ਼ਾ ਹੋਈ ਸੀ, 10 ਸਾਲ ਕੈਦ ਭੁਗਤ ਗਿਆ, ਉਹਦੇ ਵਿੱਚ ਵੀ ਤੇ ਮਾਮਲਾ ਇਹੋ ਸੀ। ਇੱਕ ਬੜੇ ਸੀਨੀਅਰ ਅਫਸਰ ਨੇ ਰੌਲਾ ਪਾ ਦਿੱਤਾ ਕਿ JBT ਟੀਚਰਾਂ ਦੀ ਭਰਤੀ 'ਚ ਕਰਪਸ਼ਨ ਹੁੰਦੀ ਹੈ ਤੇ ਮੁੱਖ ਮੰਤਰੀ ਚੌਟਾਲਾ ਕਰਦਾ, ਔਰ ਮੀਡੀਆ 'ਚ ਉਹਨੇ ਆਖਿਆ ਮੈਂ ਵਿਸਲ ਬਲੋਅਰ ਹਾਂ, ਮੇਰੀ ਜ਼ਮੀਰ ਆਗਿਆ ਨਹੀਂ ਦਿੰਦੀ ਕਿ ਮੈਂ ਭ੍ਰਿਸ਼ਟਾਚਾਰ ਹੁੰਦਾ ਵੇਖ ਕੇ ਚੁੱਪ ਰਵਾਂ, ਮੈਂ ਤਾਂ ਰੌਲਾ ਪਾਇਆ। ਜਦੋਂ ਅਦਾਲਤ ਵਿੱਚ ਗੱਲ ਗਈ ਤੇ ਅਦਾਲਤ ਨੇ ਉਹਨੂੰ ਵੀ ਨਾਲ ਸਜ਼ਾ ਕਰ ਦਿੱਤੀ। ਸਜ਼ਾ ਇਸ ਕਰਕੇ ਨਹੀਂ ਸੀ ਕੀਤੀ ਕਿ ਇਹਨੇ ਭੇਦ ਖੋਲ੍ਹਿਆ, ਭ੍ਰਿਸ਼ਟਾਚਾਰ ਦੇ ਭੜੋਲੇ ਤੋਂ ਢੱਕਣ ਚੁੱਕਿਆ। ਸਜ਼ਾ ਇਸ ਕਰਕੇ ਹੋਈ ਸੀ ਕਿ ਉੱਥੇ ਅਦਾਲਤ ਵਿੱਚ ਜਾ ਕੇ ਸਾਬਤ ਹੋ ਗਿਆ ਕਿ ਇਹ ਬੰਦਾ ਵੀ ਵਿਸਲ ਬਲੋਅਰ ਨਹੀਂ ਗਾ, ਇਹ ਉਹਨਾਂ ਦੇ ਨਾਲ ਸੀ, ਹਰ ਗੱਲ 'ਤੇ ਨਾਲ ਰਿਹਾ, ਸਾਰਾ ਕੁਝ ਕੀਤਾ ਗਿਆ। ਜਦੋਂ ਇਹਨੇ ਵੇਖਿਆ ਕਿ ਬਾਕੀਆਂ ਨੂੰ ਹਿੱਸਾ ਵੱਧ ਮਿਲਦਾ ਤੇ ਮੈਨੂੰ ਘੱਟ ਮਿਲਦਾ, ਇਹਨੇ ਫਿਰ ਆਖਿਆ ਵੀ ਖਾਣਾ ਨਾ ਖਾਣ ਦੇਣਾ ਜੀ, ਖੇਡਣਾ ਨਾ ਖੇਡਣ ਦੇਣਾ। ਇਹਨੇ ਉਸ ਵਕਤ ਫਿਰ ਵਿਸਲ ਬਲੋਅਰ ਬਣ ਕੇ ਸੀਟੀ ਮਾਰੀ ਹੈ, ਪਹਿਲਾਂ ਤਾਂ ਇਹਨੇ ਮਾਰੀ ਨਹੀਂ। ਇਹਦਾ ਮਤਲਬ ਕਿ ਜੇ ਵੰਡ ਕੇ ਖਾਣ ਮੇਰੇ ਨਾਲ, ਮੇਰਾ ਹਿੱਸਾ ਪੱਤੀ ਪੂਰਾ ਰੱਖਣ ਤੇ ਫਿਰ ਤਾਂ ਮੈਂ ਚੱਲਦਿਆਂ ਨਾਲ ਚੱਲੂੰਗਾ, ਪਰ ਜੇ ਮੇਰਾ ਹਿੱਸਾ ਘਟਾ ਦਿੱਤਾ ਤੇ ਆਪ ਸਾਰੇ ਰਲ ਕੇ ਸਾਰਾ ਕੁਝ ਹੀ ਖਾਈ ਖੁਈ ਜਾਣ ਤੇ ਫਿਰ ਆਪਣੀ ਜ਼ਮੀਰ ਜਿਹੜੀ ਉਹ ਨਹੀਂ ਨਾ ਮੰਨਦੀ। ਫਿਰ ਉਦੋਂ ਜਾ ਕੇ ਤੇ ਆਵਾਜ਼ ਦੇ ਦੇਦੀ ਆ, ਵੇਖੋ ਜੀ ਤੇਰੀ ਗਠੜੀ ਕੋ ਲਾਗਾ ਚੋਰ, ਉਦੋਂ ਗਠੜੀ ਕੋ ਲਾਗਾ ਚੋਰ ਦੀ ਆਵਾਜ਼ ਦੇਤੀ। ਅੱਜ ਕੈਪਟਨ ਅਮਰਿੰਦਰ ਸਿੰਘ ਇਹੋ ਜਿਹੜੇ ਭੇਦ ਖੋਲ੍ਹਣ ਦੀਆਂ ਗੱਲਾਂ ਕਰਦੇ, ਕਿ ਖੋਲ੍ਹ ਦੇਵੇ, ਉਹ ਭੇਦ ਖੋਲ੍ਹਣ ਤੋਂ ਬਾਅਦ ਜਿਹੜੇ ਅਗਲੇ ਪਾਸੇ ਸਵਾਲ ਸੁਣਨੇ ਪੈਣੇ ਆ, ਲੋਕਾਂ ਨੇ ਜੋ ਕੁਝ ਕਹਿਣਾ ਉਹ ਵੀ ਇੰਨਾ ਕੁਛ ਹੋਣਾ ਜਿਹੜਾ ਸ਼ਾਇਦ ਕਦੇ ਕਦੇ ਇਕੱਲੇ ਬੈਠਿਆਂ ਕੈਪਟਨ ਅਮਰਿੰਦਰ ਸਿੰਘ ਸੋਚਦਾ ਹੋਵੇਗਾ ਕਿ ਖਿਲਾਰਾ ਪਾਵਾਂ ਕਿ ਨਾ ਪਾਵਾਂ। ਜੇ ਪਾ ਦਿੱਤਾ ਤੇ ਫਿਰ ਤੀਰ ਛੱਡਣਾ ਵਾਪਸ ਸੌਖਾ ਹੁੰਦਾ, ਵਾਪਸ ਕਦੇ ਕਮਾਨ ਵੱਲ ਮੁੜਿਆ ਨਹੀਂ ਜੀ, ਫਿਰ ਤਾਂ ਗਿਆ ਜੀ। ਪਰ ਸਰ ਸੁਪਰੀਮ ਕੋਰਟ ਦਾ ਕੱਲ੍ਹ ਇੱਕ ਫੈਸਲਾ ਆਇਆ ਸੀ, ਉਹ ਕਹਿੰਦੇ ਵੇਸਵਾ ਪਾਉਣਾ ਇੱਕ ਪੇਸ਼ਾ। ਪੁਲਿਸ ਵਾਲਿਆਂ ਨੂੰ ਤੇ ਮੀਡੀਆ ਵਾਲਿਆਂ ਨੂੰ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਸੀ। ਇਹ ਫੈਸਲਾ ਜਿਹੜਾ ਸੁਪਰੀਮ ਕੋਰਟ ਦਾ, ਇਹਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ? ਦੇਖੋ, ਫੈਸਲਾ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਦਿੱਤਾ, ਇਹਨੂੰ ਆਮ ਤੌਰ 'ਤੇ ਸਤਿਕਾਰ ਕਰਨਾ ਪਏਗਾ, ਮੰਨਣਾ ਪਏਗਾ। ਪਰ ਉੱਦਾਂ ਆਪਣੀ ਆਪਣੀ ਰਾਏ ਰੱਖਣ ਦਾ ਤੇ ਸਭ ਨੂੰ ਹੱਕ ਹੈ ਜੀ। ਮੇਰੀ ਵੀ ਰਾਏ ਇਹ ਆ ਕਿ ਫੈਸਲਾ ਨਾ ਕੀਤਾ ਜਾਂਦਾ ਤੇ ਚੰਗਾ ਸੀ। ਸਾਡੇ ਦੇਸ਼ ਵਿੱਚ ਇੱਕ ਸੀਤਾ ਐਕਟ, ਬਹੁਤੇ ਲੋਕਾਂ ਨੂੰ ਪਤਾ ਨਹੀਂ। ਸੀਤਾ ਐਕਟ ਨੂੰ ਇਸ ਕਰਕੇ ਕਹਿੰਦੇ ਕਿ ਉਹਦਾ ਪੂਰਾ ਨਾਮ ਆ ਸੁਪਰੈਸ਼ਨ ਆਫ ਇਮੋਰਲ ਟ੍ਰੈਫਿਕ ਐਕਟ, ਬਦ ਅਖਲਾਕੀ ਰੋਕਣ ਦਾ ਕਾਨੂੰਨ। ਉਹ ਪਹਿਲਾਂ ਸ਼ਾਇਦ 1953 ਜਾਂ 54 'ਚ ਪਾਸ ਹੋਇਆ ਸੀ। ਉਹ ਦੇਹ ਵਪਾਰ ਨੂੰ ਰੋਕਣ ਵਾਸਤੇ। ਜੇ ਅੱਜ ਵਾਲੀ ਗੱਲ ਹੋ ਜਾਵੇ ਜੋ ਕਿ ਸੁਪਰੀਮ ਕੋਰਟ ਨੇ ਕਹਿਤਾ, ਇੱਥੇ ਪੰਜਾਬ ਦੇ ਵਿੱਚ ਹੀ ਮੇਰਾ ਨਹੀਂ ਖਿਆਲ ਕਿ 2000 ਤੋਂ ਘੱਟ ਕੇਸ ਹੋਣਗੇ ਜਿਹੜੇ ਦੇਹ ਵਪਾਰ ਦੇ। ਅੱਡ-ਅੱਡ ਥਾਵਾਂ ਤੇ ਆ ਜੀ ਔਰਤ ਫਲਾਣੇ ਕੋਲ ਗਈ ਹੈ, ਦੇਹ ਵਪਾਰ ਕਰਦੀ ਹੈ। ਉਹ ਜਿੰਨੇ ਦੇਹ ਵਪਾਰ ਵਾਲੇ ਕੇਸ ਉਹ ਸਾਰੇ ਕਹਿਣਗੇ ਜੀ ਹੁਣ ਤਾਂ ਸੁਪਰੀਮ ਕੋਰਟ ਨੇ ਕਹਿਤਾ ਕਿ ਕਿਸੇ ਵੀ ਅਡਲਟ ਔਰਤ ਨੂੰ ਹੱਕ ਹੈ ਕਿ ਉਹ ਆਪਣਾ ਜਿਸਮ ਵੇਚ ਸਕਦੀ ਹੈ। ਇਹ ਕੋਈ ਸੈਕਸ ਟ੍ਰੇਡ ਨਹੀਂ, ਇਹ ਕੋਈ ਦੇਹ ਵਪਾਰ ਨਹੀਂ, ਇਹ ਤਾਂ ਸੈਕਸ ਵਰਕ ਹੈ। ਸੁਪਰੀਮ ਕੋਰਟ ਕਹਿੰਦੀ ਕਿ ਨਾ ਸੈਕਸ ਵਰਕਰ ਟ੍ਰੀਟ ਕਰੋ। ਮੈਂ 1986 ਦੇ ਵਿੱਚ ਪੱਛਮੀ ਬੰਗਾਲ ਦੇ ਮੰਤਰੀ ਬੁੱਧਦੇਵ ਭੱਟਾਚਾਰੀਆ ਨਾਲ ਇੱਕ ਲੰਚ ਦੇ ਉੱਤੇ ਸਾਂ। ਲੰਚ ਤੋਂ ਲੈ ਕੇ ਡਿਨਰ ਤੱਕ ਵੀ ਅਸੀਂ ਇੱਕ ਕਾਨਫਰੰਸ ਇਕੱਠੇ ਸਾਂ। ਉਹੀ ਬੁੱਧਦੇਵ ਭੱਟਾਚਾਰੀਆ ਬਾਅਦ 'ਚ ਉੱਥੇ ਮੁੱਖ ਮੰਤਰੀ ਵੀ ਬਣਿਆ। ਜਦੋਂ ਅਜੇ ਮੰਤਰੀ ਸੀ, ਜੂਨੀਅਰ ਸੀ, ਉਦੋਂ ਉੱਥੇ ਗੱਲ ਚੱਲੀ ਤੇ ਮੈਂ ਉਹਨੂੰ ਆਖਿਆ, ਉਹ ਮੈਨੂੰ ਦੱਸੇ ਸਾਡੇ ਕਮਿਊਨਿਸਟ ਰਾਜ ਦੇ ਇੱਥੇ ਕਲਕੱਤੇ 'ਚ ਇੰਨੇ ਫਾਇਦੇ, ਇੰਨੇ ਫਾਇਦੇ, ਇੰਨੇ ਫਾਇਦੇ। ਤੇ ਮੈਂ ਉਹਨੂੰ ਆਖਿਆ ਕਿ ਇੱਥੇ ਤੁਹਾਡੇ ਕਲਕੱਤੇ ਰਾਜਧਾਨੀ 'ਚ ਕਾਲੀ ਘਾਟ ਤੇ ਸੋਨਾਗਾਚੀ ਵੀ ਹੈਗਾ। ਇੱਥੇ ਉਹ ਏਰੀਆ ਹੈਗਾ ਜਿੱਥੇ ਔਰਤਾਂ ਦੇਹ ਵਪਾਰ ਕਰਦੀਆਂ ਨੇ, ਤੇ ਉਹ ਕਰਦੀਆਂ ਨਹੀਂ, ਉਹਨਾਂ ਤੋਂ ਕਰਾਇਆ ਜਾਂਦਾ। ਉਹਨਾਂ ਦਾ ਕੋਈ ਅੱਗਾ ਪਿੱਛਾ ਕੋਈ ਪਤਾ ਕਿੱਥੋਂ ਆਈਆਂ ਨੇ, ਕੋਈ ਨੇਪਾਲ ਤੋਂ ਚੁੱਕ ਕੇ ਲਿਆਂਦੀ,
ਕੋਈ ਬੰਗਾਲ ਦੀ ਚੁੱਕ ਕੇ ਬੰਬੇ ਪਹੁੰਚਾਤੀ, ਬੰਬੇ ਦੀ ਇੱਥੇ ਲਿਆਂਦੀ, ਕੋਈ ਕਿਸੇ ਹੋਰ ਰਾਜ 'ਚ ਹੋਊਗੀ। ਇਹ ਜਿੰਨੇ ਵੱਡੇ ਸ਼ਹਿਰ ਨੇ, ਕਲਕੱਤਾ ਹੋਵੇ, ਦਿੱਲੀ ਹੋਵੇ, ਮੁੰਬਈ ਹੋਵੇ, ਇਹਨਾਂ ਸਾਰਿਆਂ ਦੇ ਵਿੱਚ ਇਹ ਕੰਮ ਚੱਲਦਾ। ਮਈ ਦਿਨ ਦੇ ਉੱਤੇ ਜਦੋਂ ਲੇਬਰ ਵਾਲੇ ਕਹਿੰਦੇ ਨੇ ਦੁਨੀਆ ਭਰ ਦੇ ਮਿਹਨਤ ਕਸ਼ੋ ਇੱਕ ਹੋ ਜਾਓ, ਅਸੀਂ ਆਪਣੇ ਮੁੜਕੇ ਦੀ ਰਾਖੀ ਕਰਨੀ ਹੈ, ਆਪਣੀ ਕਿਰਤ ਦੀ ਰਾਖੀ ਕਰਨੀ ਹੈ, ਉਦੋਂ ਉੱਥੇ ਬਕਾਇਦਾ ਬੈਨਰ ਲਾ ਕੇ ਤੇ ਦੇਹ ਵਪਾਰ ਵਾਲੀਆਂ ਔਰਤਾਂ ਜਿਹੜੀਆਂ ਸੀ ਬਾਜ਼ਾਰ ਵਿੱਚ ਆਉਣ ਲੱਗ ਪਈਆਂ। ਉਹਦਾ ਨਾਂ ਰੱਖਿਆ ਸੈਕਸ ਵਰਕਰ ਐਸੋਸੀਏਸ਼ਨ। ਉਦੋਂ ਤੋਂ ਲੈ ਕੇ ਸਾਨੂੰ ਕੋਈ ਕਿਸੇ ਜਿਹੜੇ ਅਡਲਟ ਆ ਆਪਣੇ ਸਰੀਰ ਨਾਲ ਕੀ ਕਰਨਾ ਚਾਹੁੰਦਾ ਕਰੇ, ਪਰ ਜੇ ਉਹਨਾਂ ਦੇ ਇਸ ਧੰਦੇ ਨੂੰ, ਇਸ ਕਾਰੋਬਾਰ ਨੂੰ ਕਾਨੂੰਨੀ ਰੂਪ ਦੇ ਕੇ ਕਹਿ ਦੇਣਾ ਤੇ ਇਹਦੇ ਨਾਲ ਕੱਲ੍ਹ ਨੂੰ ਕਈ ਕਿਸਮ ਦੀਆਂ ਸਮੱਸਿਆਵਾਂ ਆ ਹਾਲਾਤ ਪੈਦਾ ਕਰਨੇ ਚਾਹੀਦੇ ਆ। ਪੰਜਾਬ ਦੀ ਮਹਿਲਾ ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲਾਟੀ ਨੇ ਠੀਕ ਆਖਿਆ ਕਿ ਉਹ ਹਾਲਾਤ ਪੈਦਾ ਕਰੋ ਕਿ ਕਿਸੇ ਔਰਤ ਨੂੰ ਆਪਣਾ ਤਨ ਨਾ ਵੇਚਣਾ ਪਵੇ, ਦੇਹ ਵਪਾਰ ਨਾ ਕਰਨਾ ਪਵੇ ਜੀ। ਉਹ ਅਸੀਂ ਕਰ ਨਹੀਂ ਸਕੇ। ਇਹ ਦੇਸ਼ ਹੋਵੇ ਇੰਗਲੈਂਡ ਵਰਗਾ ਵਿਕਸਿਤ, ਜਰਮਨੀ ਵਰਗਾ, ਫਰਾਂਸ ਵਰਗਾ, ਇਟਲੀ ਵਰਗਾ, ਕਿਸੇ ਹੋਰ ਵਰਗਾ, ਫਿਰ ਤਾਂ ਤੁਸੀਂ ਕਹੋ ਕਿ ਕੋਈ ਸ਼ੌਕੀਆ ਤੌਰ ਤੇ ਦੇਹ ਵਪਾਰ ਕਰਦਾ ਕਰੀ ਜਾਵੇ। ਪਰ ਸਾਡੇ ਦੇਸ਼ ਵਿੱਚ ਸ਼ੌਕੀਆ ਤੌਰ ਤੇ ਕੋਈ ਹੋ ਸਕਦਾ ਕੋਈ ਇੱਕਾ ਦੁੱਕਾ ਕੇਸ ਹੋਣ, ਬਹੁਤਾ ਕਰਕੇ ਉਹ ਲੋਕ ਹੈ ਜਿਹੜੇ ਦੇਹ ਵਪਾਰ ਕਰਦੇ ਨਹੀਂ, ਉਹਨਾਂ ਤੋਂ ਦੇਹ ਵਪਾਰ ਕਰਾਇਆ ਜਾਂਦਾ, ਕਿਉਂਕਿ ਘਰ ਖਾਣ ਨੂੰ ਨਹੀਂ, ਬੱਚੇ ਜਿਹੜੇ ਆ ਉਹ ਵਿਲਕਦੇ ਆ। ਕੁਝ ਔਰਤਾਂ ਇਹੋ ਜਿਹੀਆਂ, ਪਤੀ ਬਿਮਾਰ ਪੈ ਗਿਆ, ਸੱਟ ਲੱਗ ਗਈ, ਉਹਦੇ ਵਾਸਤੇ ਕੋਈ ਇਲਾਜ ਨਹੀਂ, ਕੋਈ ਸੋਸ਼ਲ ਸਿਕਿਉਰਿਟੀ ਨਹੀਂ, ਸਰਕਾਰਾਂ ਹੁੰਦੀਆਂ ਵੀ ਮਰ ਗਈਆਂ, ਕੁਛ ਉਹਨਾਂ ਵਾਸਤੇ ਕਰਦੀਆਂ ਨਹੀਂ। ਉਹ ਜਿਹੇ ਹਾਲਾਤ ਵਿੱਚ ਆਪਣਾ ਘਰ ਚਲਾਉਣ ਵਾਸਤੇ ਜੇ ਕੋਈ ਔਰਤ ਮਜਬੂਰੀ 'ਚ ਕੰਮ ਕਰਦੀ ਪਈ ਹੈ ਔਰ ਰਾਹ 'ਚ ਫਿਰਦੇ ਦਲਾਲ ਉਹਨਾਂ ਤੋਂ ਕਰਾਉਂਦੇ ਪਏ ਆ ਤੇ ਉਹਨੂੰ ਆਖਿਆ ਜਾਵੇ ਸੈਕਸ ਵਰਕਰ ਹੈ, ਉਹਨੂੰ ਜੌਬ ਲੱਭੀ ਹੈ। ਇਹ ਜੌਬ ਨਹੀਂ ਲੱਭੀ, ਇਹ ਜੌਬ ਕਹਿਣਾ ਇਹਨੂੰ, ਜੌਬ ਦੇ ਨਾਲ ਜੋਕ ਹੈ, ਮਜ਼ਾਕ ਹੈ। ਮੈਂ ਸਮਝਦਾ ਕਿ ਸੁਪਰੀਮ ਕੋਰਟ ਬੜੇ ਸਿਆਣੇ ਜੱਜ ਉੱਥੇ ਬੈਠੇ ਆ, ਉਹ ਇਹ ਕਹਿੰਦੇ ਕਿ ਸੈਕਸ ਰਿਲੇਸ਼ਨ ਰੱਖਣੇ ਹਰ ਅਡਲਟ ਵਾਸਤੇ ਆਜ਼ਾਦੀ ਹੈ, ਰੱਖੇ ਨਾ ਰੱਖੇ ਉਹ ਹੋਰ ਗੱਲ ਸੀ, ਪਰ ਸੈਕਸ ਵਰਕ ਕਹਿ ਦੇਣਾ, ਮੈਂ ਸਮਝਦਾ ਕਿ ਮਨੀਸ਼ਾ ਗੁਲਾਟੀ ਦੀ ਗੱਲ ਠੀਕ ਹੈ। ਉਸ ਬੀਬੀ ਨੇ ਠੀਕ ਰਾਏ ਦਿੱਤੀ ਹੈ ਕਿ ਅਸੀਂ ਮਾਣਯੋਗ ਸੁਪਰੀਮ ਕੋਰਟ ਨੂੰ ਕਹਾਂਗੇ ਤੁਸੀਂ ਇਸ ਫੈਸਲੇ 'ਤੇ ਇੱਕ ਵਾਰੀ ਮੁੜ ਵਿਚਾਰ ਕਰ ਲਓ। ਸ਼ਾਇਦ ਇਹ ਫੈਸਲਾ ਇਸ ਦੇਸ਼ ਦੇ ਬਹੁਤ ਸਾਰੇ ਲੋਕਾਂ ਦੇ ਸੰਘੋਂ ਨਹੀਂ ਲੱਗਣਾ, ਲੋਕਾਂ ਨੂੰ ਇਹ ਜਾਪੇਗਾ ਕਿ ਕੁਝ ਨਾ ਕੁਝ ਸ਼ਾਇਦ ਕਿਤੇ ਨਾ ਕਿਤੇ ਕੋਈ ਗਲਤੀ ਰਹਿ ਗਈ ਹੈ। ਬਾਕੀ ਸੁਪਰੀਮ ਕੋਰਟ ਤਾਂ ਸੁਪਰੀਮ ਹੈ, ਸਭ ਤੋਂ ਵੱਡੀ ਹੈ, ਆਖਿਆ ਕੁਝ ਨਹੀਂ ਜਾ ਸਕਦਾ, ਕਿੰਤੂ ਪਰੰਤੂ ਦੀ ਗੁੰਜਾਇਸ਼ ਕੋਈ ਨਹੀਂ। ਹੁਣ ਸਰ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਤੁਸੀਂ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮੇਰੇ ਸੋ तमाम ਖਬਰਾਂ ਤੇ ਚਰਚਾ ਕੀਤੀ, ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ। ਇੱਥੇ ਸਮਾਪਤ ਕਰਦੇ ਹਾਂ ਪ੍ਰੋਗਰਾਮ ਨੂੰ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।